ਤੇ ਹੁਣ ਸਵੇਰ ਵਾਲਾ ਸ਼ੋ ਵਿਜੇ ਸੈਣੀ ਦੇ ਨਾਲ। ਬਸ ਉਹ WHO 194 ਮੈਂਬਰਸ ਨੇ ਇਹਨਾਂ ਦੇ, ਤੇ WHO ਦੀ ਖਿਚਾਈ ਬਹੁਤ ਜ਼ਿਆਦਾ ਹੋਈ ਹੈ ਪਿਛਲੇ ਦਿਨਾਂ 'ਚ, ਤੇ ਹੁਣ ਉਹ ਖਿਚਾਈ ਹੋਰ ਵੱਧਦੀ ਪਈ ਹੈ ਕਿਉਂਕਿ ਜਦੋਂ ਦਾ ਇਹ ਪੈਂਡੈਮਿਕ ਫੈਲਿਆ COVID-19 ਦਾ, ਪਹਿਲਾਂ ਤਾਂ ਪੈਂਡੈਮਿਕ ਉਹਨਾਂ ਨੇ ਬਹੁਤ ਲੇਟ ਡਿਕਲੇਅਰ ਕੀਤਾ, ਤੇ ਇਹਨੂੰ ਜਿਸ ਹਿਸਾਬ ਨਾਲ ਹੈਂਡਲ ਕੀਤਾ, ਡੋਨਲਡ ਟਰੰਪ ਇਹਦੇ ਬਾਰੇ ਬਹੁਤ ਸਪਸ਼ਟ ਤੇ ਬਲੰਟ ਸ਼ਬਦਾਂ ਦੇ ਵਿੱਚ ਕਹਿ ਚੁੱਕੇ ਨੇ। ਹੋਰ ਮੁਲਕਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ। ਹੁਣ WHO ਦਾ ਜਿਹੜਾ ਚਾਈਨਾ ਸੈਂਟਰਿਕ ਐਟੀਟਿਊਡ ਆ, ਉਹਦੇ ਬਾਰੇ ਕਾਫੀ ਜ਼ਿਆਦਾ ਆਲੋਚਨਾ ਹੋਰ ਹੋਣ ਲੱਗ ਪਈ ਆ। ਕਹਿੰਦੇ ਨੇ ਵਿਜੇ, who let the dogs out? I think WHO let the dogs out. Who let the dogs out? ਤੇ ਇਹਨਾਂ ਨੇ ਐਕਚੁਅਲੀ ਜਿਹੜੇ ਇਹਨਾਂ ਡਾਇਰੈਕਟਰ ਜਨਰਲ ਹੈਗੇ ਆ ਡਾਕਟਰ ਟੈਡਰੋਸ, ਚਾਈਨਾ ਗਏ ਸੀ, ਤੇ ਜਦੋਂ ਵੂਹਾਨ ਗੜ ਬਣਿਆ ਸੀਗਾ ਕਰੋਨਾ ਵਾਇਰਸ ਦਾ ਲਾਸਟ ਵੀਕ ਆਫ ਜਨ ਦੇ ਵਿੱਚ, ਤੇ 29 ਜਨਵਰੀ ਨੂੰ ਇਹਨਾਂ ਨੇ ਚਾਈਨਾ ਦੀ ਦੱਬ ਕੇ ਤਾਰੀਫ ਕੀਤੀ ਤੇ ਕਿਹਾ ਕਿ ਚਾਈਨਾ ਨੇ ਤਾਂ ਵੀ ਬਹੁਤ ਜ਼ਿਆਦਾ ਇੱਥੇ ਕੰਟਰੋਲ ਕੀਤਾ ਹੋਇਆ ਵਾਇਰਸ ਨੂੰ, ਤੇ ਕਿਸੇ ਤਰ੍ਹਾਂ ਦੀ ਕੋਈ ਟਰੈਵਲ ਰਿਸਟ੍ਰਿਕਸ਼ਨ ਲਗਾਉਣ ਦੀ ਜਾਂ ਕੋਈ ਵੀ ਹੋਰ ਟ੍ਰੇਡ ਰਿਸਟ੍ਰਿਕਸ਼ਨ ਲਗਾਉਣ ਦੀ ਲੋੜ ਹੈ ਨਹੀਂ। ਉਦੋਂ ਸ਼ੀ ਜਿਨਪਿੰਗ ਨੂੰ ਮਿਲ ਕੇ ਆਏ ਸੀ। ਯੈਸ ਜੀ। ਤੇ ਜਦੋਂ ਸ਼ੀ ਜਿਨਪਿੰਗ ਨੂੰ ਮਿਲੇ ਆ, ਤੇ ਉਸ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ, ਤੇ ਸ਼ੀ ਜਿਨਪਿੰਗ ਨਾਲ ਹੱਥ ਮਿਲਾ ਕੇ ਫੋਟੋ ਜਿਹੜੀ ਖਿਚਾਈ ਆ, ਦੇਖੋ 29 ਜਨਵਰੀ ਨੂੰ ਹੱਥ ਮਿਲਾ ਕੇ, ਜਦੋਂ ਕਿ ਉੱਥੇ ਕਰੋਨਾ ਵਾਇਰਸ ਫੈਲਿਆ ਹੋਇਆ, ਹੀ ਸ਼ੁਕ ਹਿਜ਼ ਹੈਂਡ, ਤੇ ਉਹ ਫੋਟੋ ਜਿਹੜੀ ਬੜੀ ਵਾਇਰਲ ਹੋਈ। ਦੈਟ ਵਾਜ਼ ਅ ਵੋਟ ਆਫ ਕੌਨਫੀਡੈਂਸ। ਇੱਕ ਤਰ੍ਹਾਂ ਲੋਕਾਂ ਨੂੰ ਜਾਂ ਮੁਲਕਾਂ ਨੂੰ ਇਹ ਇੱਕ ਸੰਕੇਤ ਦੇਣ ਦੀ ਗੱਲ ਸੀ ਕਿ ਜੀ ਜੇ ਜਿਹੜਾ ਡਾਇਰੈਕਟਰ ਜਨਰਲ ਆਫ WHO ਆ, ਜੇ ਉਹ ਜਾ ਕੇ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਪਿਆ, ਤੇ ਉੱਥੇ ਇਸ ਤਰ੍ਹਾਂ ਮੁਲਾਕਾਤ ਹੋਈ, ਉਸ ਤੋਂ ਬਾਅਦ WHO ਚਾਈਨਾ ਦੇ ਫੇਵਰ ਦੇ ਵਿੱਚ ਗੱਲ ਕਰ ਰਹੇ ਨੇ ਕਿ ਜੇ ਇਹਨੇ ਤਾਂ ਬਹੁਤ ਵਧੀਆ ਢੰਗ ਨਾਲ ਹੈਂਡਲ ਕੀਤਾ, ਜਿਵੇਂ ਤੁਸੀਂ ਵੀ ਦੱਸਿਆ ਵੀ ਕੋਈ ਲੋੜ ਨਹੀਂ ਰਿਸਟ੍ਰਿਕਸ਼ਨਸ ਲਗਾਉਣ ਦੀ, ਤੇ ਕਈ ਮੁਲਕਾਂ ਨੇ ਉੱਥੋਂ ਆਪਣਾ ਸੁਨੇਹਾ ਇਹ ਸੁਣ ਕੇ ਆਰਾਮ ਨਾਲ ਬਹਿ ਗਏ। ਕੈਨੇਡਾ ਵੀ ਉਹਨਾਂ 'ਚੋਂ ਇੱਕ ਸੀ। ਫਿਰ ਵਿਜੇ ਉਸ ਤੋਂ ਬਾਅਦ 30 ਜਨਵਰੀ ਨੂੰ WHO ਨੇ ਕਰੋਨਾ ਵਾਇਰਸ ਨੂੰ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ, ਨਾਟ ਪੈਂਡੈਮਿਕ, ਉਹਨਾਂ ਨੇ ਇਸ ਨੂੰ ਐਲਾਨ ਕੀਤਾ। ਹੁਣ ਇੱਥੇ ਸ਼ਬਦਾਂ ਦਾ ਹੇਰ ਫੇਰ ਹੋਇਆ ਲੱਗਦਾ ਬਸ ਉਹ ਇਹ, ਕਿਉਂਕਿ ਹੁਣ ਜਦੋਂ ਐਕਸਪਰਟਸ ਨਾਲ ਗੱਲ ਕਰੋ, ਐਕਸਪਰਟਸ ਕਹਿੰਦੇ ਨੇ ਕਿ ਇਹ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਤੇ ਪੈਂਡੈਮਿਕ ਇਨ ਐਸੈਂਸ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ। ਪਰ ਜਿਹੜਾ ਜੋ ਅਲਾਰਮ ਬੈਲ ਦਿਮਾਗ ਦੇ ਵਿੱਚ ਪੈਂਡੈਮਿਕ ਸੁਣ ਕੇ ਵੱਜਦੀ ਆ, ਰਾਈਟ, ਉਹ ਇਹ ਟੈਕਨੀਕਲ ਜਿਹੜਾ ਵਰਡ ਹੈ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ, ਉਹ ਅਲਾਰਮ ਬੈਲ ਸਿਰ ਦੇ ਵਿੱਚ ਵੱਜਦੀ, ਉਹਦੇ ਨਾਲ ਨਹੀਂ ਵੱਜਦੀ। ਯੈਸ। ਸੋ ਇਸ ਕਰਕੇ ਕਈ ਜਿਹੜੇ ਮੁਲਕ ਸੀਗੇ, ਜਦੋਂ ਉਹਨਾਂ ਨੇ ਸੋਚਿਆ ਵੀ ਚਲੋ ਅਜੇ ਪੈਂਡੈਮਿਕ ਤੇ ਨਹੀਂ ਹੋਇਆ, ਜਾਂ ਈਵਨ ਜਨਰਲ ਪਾਪੂਲੇਸ਼ਨ ਆਲਸੋ, ਜਦੋਂ ਵਸੂ ਸਿੱਧੀ ਜੀ ਗੱਲ ਆ, ਜੇ ਆਪਾਂ ਆਪ ਵੀ ਯਾਦ ਕਰੀਏ, ਜਿਸ ਦਿਨ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਇਹਨੂੰ ਡਿਕਲੇਅਰ ਕੀਤਾ ਗਿਆ, ਸਾਡੇ ਵਿੱਚੋਂ ਕਿਸੇ ਨੇ ਸ਼ਬਦਕੋਸ਼ ਖੋਲ ਕੇ ਇਹ ਕੋਸ਼ਿਸ਼ ਨਹੀਂ ਸੀ ਕੀਤੀ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਨੇ। ਐਗਜ਼ੈਕਟਲੀ। ਜਿਸ ਦਿਨ ਪੈਂਡੈਮਿਕ ਡਿਕਲੇਅਰ ਹੋਇਆ, ਆਫਿਸ ਦੇ ਵਿੱਚ ਘੱਟੋ ਘੱਟ 5-6 ਜਣੇ, ਸਪੈਸ਼ਲੀ ਨਿਊਜ਼ ਡਿਪਾਰਟਮੈਂਟ ਵਾਲੇ ਸਾਰੇ, ਅਸੀਂ ਇੱਕਦਮ ਯਾਰ ਇਹਨੂੰ ਪੰਜਾਬੀ 'ਚ ਕੀ ਕਹਾਂਗੇ, ਮਹਾਮਾਰੀ ਕਹੀਏ, ਸਾਰਿਆਂ ਨੇ ਸ਼ਬਦਕੋਸ਼ ਖੋਲ ਲਿਆ। ਹਾਊ ਇਜ਼ ਇਟ ਡਿਫਰੈਂਟ ਫਰਮ ਐਪੀਡੈਮਿਕ, ਕਿ ਪੈਂਡੈਮਿਕ ਕੀ ਹੈ ਤੇ ਐਪੀਡੈਮਿਕ ਕੀ ਹੈ, ਤੇ ਵੀ ਵੈਂਟ ਇਨਟੂ ਡੀਟੇਲ। ਐਗਜ਼ੈਕਟਲੀ। ਤੇ ਵਿਜੇ ਹੁਣ ਦੇਖੋ, ਕਿਉਂਕਿ WHO ਨੇ ਕਹਿ ਦਿੱਤਾ ਸੀ ਕਿ ਕੋਈ ਰਿਸਟ੍ਰਿਕਸ਼ਨ ਲਗਾਉਣ ਦੀ ਲੋੜ ਨਹੀਂ, ਟਰੈਵਲ ਰਿਸਟ੍ਰਿਕਸ਼ਨ ਵੀ ਨਹੀਂ, ਟ੍ਰੇਡ ਰਿਸਟ੍ਰਿਕਸ਼ਨ ਵੀ ਨਹੀਂ, ਕਿ ਚਾਈਨਾ ਗॉट ਦਿਸ। WHO ਦਾ ਬੇਸਿਕਲੀ ਮੈਸੇਜ ਇਹ ਸੀ ਜੀ। ਉਸ ਤੋਂ ਬਾਅਦ ਬਹੁਤ ਸਾਰੇ ਮੁਲਕ ਜਿਹੜੇ ਚੁੱਪ ਕਰਕੇ ਬੈਠ ਗਏ, USA ਨੇ ਵੀ, ਕੈਨੇਡਾ ਨੇ ਵੀ, ਤੇ ਕੋਈ ਇੱਦਾਂ ਦੀ ਉਦੋਂ ਉਸ ਵੇਲੇ ਐਟ ਦੈਟ ਪੁਆਇੰਟ ਰਿਸਟ੍ਰਿਕਸ਼ਨ ਨਹੀਂ ਲਗਾਈ ਜੀ। ਤੇ ਪਰ ਨਿਊਜ਼ੀਲੈਂਡ ਦੇ ਵਿੱਚ ਐਕਚੁਅਲੀ ਇੱਕ ਹਾਂਗਕਾਂਗ ਯੂਨੀਵਰਸਿਟੀ ਦੇ ਹੈਗੇ ਉੱਥੇ ਡਾਕਟਰ ਨੇ ਜੀ, ਡਾਕਟਰ ਗੈਬਰੀਅਲ ਲਿਓਂਗ, ਉਹਨਾਂ ਨੇ 27 ਜਨਵਰੀ ਨੂੰ ਇਹ ਗੱਲ ਕਹੀ ਸੀ, 30 ਜਨਵਰੀ ਤੋਂ 3 ਦਿਨ ਪਹਿਲਾਂ ਜੀ। ਕਹਿੰਦੇ ਵੂਹਾਨ ਦੇ ਵਿੱਚ ਜਿੰਨੇ ਕੇਸਿਸ ਹੈਗੇ ਆ ਨਾ, ਅਸਲ ਦੇ ਵਿੱਚ ਉੱਥੇ 15 ਗੁਣਾ ਵੱਧ ਕੇਸਿਸ ਹੈਗੇ ਆ, ਅੰਡਰ ਰਿਪੋਰਟਿੰਗ ਆ, ਤੇ ਕਹਿੰਦੇ ਬਹੁਤ ਜ਼ਿਆਦਾ ਇਸ ਨੂੰ ਕੰਟਰੋਲ ਕਰਨ ਦੀ ਲੋੜ ਆ। ਬਿਲਕੁਲ ਰਿਸਟ੍ਰਿਕਸ਼ਨ ਲਗਾ ਦਿਓ, ਕਿਸੇ ਨੂੰ ਚਾਈਨਾ ਤੋਂ ਆਣ ਹੀ ਨਾ ਦਿਓ ਆਪਣੇ ਮੁਲਕ ਦੇ ਵਿੱਚ, ਜੇ ਇਹਨੂੰ ਕੰਟਰੋਲ ਕਰਨਾ ਹੈ ਜੀ। ਨਿਊਜ਼ੀਲੈਂਡ ਨੇ ਇਸ ਪ੍ਰੋਫੈਸਰ ਦੀ ਗੱਲ ਸੁਣੀ ਜੀ, ਇਸ ਡਾਕਟਰ ਦੀ ਗੱਲ ਸੁਣੀ। ਉਹਨਾਂ ਨੇ 3 ਫਰਵਰੀ ਨੂੰ ਜਿਹੜੀ ਮੇਨਲੈਂਡ ਚਾਈਨਾ ਤੋਂ ਫਲਾਈਟਾਂ ਆਉਂਦੀਆਂ ਸੀ ਜਾਂ ਟਰੈਵਲਰਸ ਆਉਂਦੇ ਸੀ, ਉਹਨਾਂ ਤੇ ਰੋਕ ਲਗਾ ਦਿੱਤੀ ਸੀ। ਯੈਸ। ਤੇ 27 ਜਨਵਰੀ ਤੋਂ ਹੀ, ਜਿਸ ਦਿਨ ਉਸ ਡਾਕਟਰ ਨੇ ਐਲਾਨ ਕੀਤਾ ਜੀ, ਉਸੇ ਦਿਨ ਤੋਂ ਵਿਜੇ ਉਹਨਾਂ ਨੇ ਸਕਰੀਨਿੰਗ ਸ਼ੁਰੂ ਕਰ ਦਿੱਤੀ। ਚਾਈਨਾ ਤੋਂ ਜਿਹੜਾ ਵੀ ਕੋਈ ਟਰੈਵਲਰ ਆ ਰਿਹਾ ਸੀ, ਨਿਊਜ਼ੀਲੈਂਡ ਦੇ ਬਾਰਡਰ ਤੇ ਉਹਨੂੰ ਸਕਰੀਨ ਕੀਤਾ ਜਾ ਰਿਹਾ ਸੀ। ਸੋ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇੱਥੇ ਐਕਸ਼ਨ ਲਿਆ। ਹੁਣ ਇਸੇ ਕਰਕੇ ਅੱਜ ਇਨਸੀਡੈਂਟਲੀ ਆਪਾਂ ਜਦੋਂ ਹੁਣ ਆਹ ਗੱਲ ਕਰ ਰਹੇ ਹਾਂ, ਨਿਊਜ਼ੀਲੈਂਡ ਦੇ ਵਿੱਚ ਅੱਜ ਰਿਸਟ੍ਰਿਕਸ਼ਨਸ ਵੀ ਲਿਫਟ ਕਰ ਦਿੱਤੀਆਂ ਗਈਆਂ ਨੇ। ਉੱਥੇ ਕੱਲ੍ਹ ਸਿਰਫ 4 ਨਵੇਂ ਕੇਸ ਆਏ ਨੇ, ਤੇ ਲਗਾਤਾਰ ਮੇਰੇ ਖਿਆਲ ਪਿਛਲੇ ਕਈ ਹਫ਼ਤਿਆਂ ਦੇ ਵਿੱਚ, 1 ਹਫ਼ਤੇ ਤੋਂ ਉੱਥੇ ਨਵੇਂ ਕੇਸਿਸ ਦੀ ਗਿਣਤੀ ਸਿੰਗਲ ਡਿਜਿਟਸ ਦੇ ਵਿੱਚ ਹੀ ਹੈ। ਐਗਜ਼ੈਕਟਲੀ। ਤੇ ਹੁਣ ਹੋਇਆ ਕੀ ਵਿਜੇ, ਦੇਖੋ
ਸਪੈਸ਼ਲੀ SARS ਤੋਂ ਬਾਅਦ ਸਾਰੇ ਮੁਲਕ ਸੋਚ ਕੇ ਹੀ ਬੈਠ ਗਏ ਕਿ ਹੁਣ WHO ਹੈਗਾ ਜੀ, ਕਿ WHO ਨੇ ਧਿਆਨ ਰੱਖਣਾ ਸਾਡਾ। ਉਹਨਾਂ ਨੇ ਆਪਣੇ ਪੱਧਰ ਤੇ ਵੀ ਜਿੰਨੀਆਂ ਏਜੰਸੀਜ਼ ਬਣਾਈਆਂ ਹੋਈਆਂ ਸੀ ਜਾਂ ਜਿੰਨੇ ਸੇਫਗਾਰਡ ਸੀਗੇ ਉੱਥੇ ਵੀ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ। ਕਹਿੰਦੇ ਕਿ ਅਸੀਂ ਕਿਉਂ ਇੱਥੇ ਪੈਸੇ ਖਰਚ ਕਰੀਏ ਜਦ ਅਸੀਂ ਆਲਰੇਡੀ WHO ਨੂੰ ਇੰਨੇ ਵੱਡੇ ਕੰਟਰੀਬਿਊਸ਼ਨ ਭੇਜ ਰਹੇ ਹਾਂ। ਜਦੋਂ SARS ਦਾ ਪੈਂਡੇਮਿਕ ਫੈਲਿਆ ਉਸ ਤੋਂ ਬਾਅਦ ਕੈਨੇਡਾ ਨੇ, ਫੈਡਰਲ ਸਰਕਾਰ ਨੇ ਇੰਟੀਗ੍ਰੇਟਿਡ ਥ੍ਰੈਟ ਅਸੈਸਮੈਂਟ ਸੈਂਟਰ ਨਾਮ ਦੀ ਇੱਕ ਬੋਡੀ ਉਹਦਾ ਗਠਨ ਕਰ ਲਿਆ ਸੀ, ITAC ਦਾ ਮੈਂਡੇਟ ਮੁੱਖ ਕੀ ਸੀ ਕਿ ਜਿਹੜੇ ਵੀ ਕੋਈ ਪਬਲਿਕ ਦੀ ਸੇਫਟੀ ਵਾਸਤੇ ਕੋਈ ਵੀ ਸੰਕਟ ਬਣ ਸਕਦਾ ਉਹਦੇ ਵਾਸਤੇ ਤੁਸੀਂ ਅਰਲੀ ਵਾਰਨਿੰਗ ਦੇਣੀ ਆ। ਉਹਦੇ ਵਿੱਚ ਇੱਕ ਸੀ ਟੈਰਰਿਜ਼ਮ ਜਾਂ ਫਿਰ ਪੈਂਡੇਮਿਕਸ। ਪਰ ਜਿਵੇਂ ਤੁਸੀਂ SARS ਦੀ ਗੱਲ ਕੀਤੀ, ਜਿਉਂ-ਜਿਉਂ SARS ਯਾਦਦਾਸ਼ਤ ਦੇ ਵਿੱਚ ਪਿੱਛੇ ਧੁੰਦਲਾ ਪੈਂਦਾ ਗਿਆ, ਜਿਹੜਾ ਇਸ ITAC ਦਾ ਮੈਂਡੇਟ ਸੀ ਉਹ ਪਬਲਿਕ ਹੈਲਥ ਤੇ ਸ਼ੁਰੂ ਹੋਇਆ ਸੀ। ਕੋਈ ਵੀ ਚੀਜ਼ ਜਿਹੜੀ ਪਬਲਿਕ ਹੈਲਥ ਲਈ ਖਤਰਾ ਬਣ ਸਕਦੀ ਆ, ਮਹਾਮਾਰੀ ਤੋਂ ਲੈ ਕੇ ਕੋਈ ਟੈਰਰਿਸਟ ਐਕਟੀਵਿਟੀ ਤੱਕ, ਉਹ ਮਹਾਮਾਰੀ ਵਾਲਾ ਐਂਗਲ ਪਿੱਛੇ ਰਹਿ ਗਿਆ। ਸਿਰਫ ਟੈਰਰਿਸਟ ਐਕਟੀਵਿਟੀ ਤੇ ITAC ਦਾ ਫੋਕਸ ਰਹਿ ਗਿਆ। ਉਹਦਾ ਨਾਮ ਹੀ ਵਿਜੇ ਹੁਣ ਬਦਲ ਗਿਆ। ਅੱਛਾ, ਨਾਮ ਹੀ ਬਦਲਤਾ। ਹਾਂ, ਇੰਟੀਗ੍ਰੇਟਿਡ ਟੈਰਰਿਜ਼ਮ ਅਸੈਸਮੈਂਟ ਸੈਂਟਰ ਹੋ ਗਿਆ ਨਾਮ। ਮੈਂ ਤਾਂ ITAC ਕਹਿ ਰਿਹਾ ਕਿ ਪਹਿਲਾਂ ਜਿੱਥੇ T ਸਟੂਡ ਫॉर ਥ੍ਰੈਟ, ਹੁਣ ਉਹ ਟੈਰਰਿਜ਼ਮ ਰਹਿ ਗਿਆ। ਉਹਦੇ ਵਿੱਚੋਂ ਪੈਂਡੈਮਿਕ ਜਿਹੜਾ ਸੀ ਉਹ ਹਟ ਹੀ ਗਿਆ। ਇਸ ਚੀਜ਼ ਦੇ ਅੰਡਰ ਹੈਗੀ ਏਜੰਸੀ। ਸੋ ਥ੍ਰੈਟ ਨੂੰ ਬਹੁਤ ਜ਼ਿਆਦਾ ਫੋਕਸਡ ਕਰਤਾ ਜਸਟ ਟੈਰਰਿਜ਼ਮ। ਤੇ ਉਹਦੇ ਪਿੱਛੇ ਸੋਚ ਇਹੀ ਸੀ ਕਿ WHO ਹੈਗੀ ਆ, WHO ਸਾਡਾ ਧਿਆਨ ਰੱਖੇਗੀ ਜੀ। ਤੇ ਅੱਛਾ, ਇੱਕ ਹੋਰ ਵੀ ਸੀਗਾ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ 2015 ਤੱਕ ਇਹਨਾਂ ਦਾ ਇੱਕ ਆਪਣਾ ਇੱਕ ਡਾਕਟਰ ਹੁੰਦਾ ਸੀ ਜਿਹੜਾ ਕਿ ਚਾਈਨਾ ਦੇ ਵਿੱਚ ਸਟੇਸ਼ਨ ਸੀਗਾ। ਦੈਟਸ ਰਾਈਟ। ਜਿਹੜਾ ਚਾਈਨੀਜ਼ ਹੈਲਥ ਅਥਾਰਟੀਜ਼ ਦੇ ਨਾਲ ਲਗਾਤਾਰ ਸੰਪਰਕ 'ਚ ਰਹਿੰਦਾ ਸੀ, ਕਿਉਂਕਿ ਸਾਰੀਆਂ ਵਿਜੇ ਹੈਲਥ ਅਥਾਰਟੀਜ਼ ਨੂੰ ਵਰਲਡ ਵਾਈਡ ਇਸ ਗੱਲ ਦਾ ਅੰਦਾਜ਼ਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਜਿਹਾ ਪੈਂਡੈਮਿਕ ਫੈਲ ਸਕਦਾ। ਪਿਛਲੇ ਕਈ ਸਾਲਾਂ ਤੋਂ ਇਹ ਗੱਲ ਚੱਲ ਵੀ ਰਹੀ ਸੀ ਤੇ ਉਹ ਉੱਠਣਾ ਵੀ ਕਿੱਥੋਂ ਸੀ? ਚਾਈਨਾ ਤੋਂ। ਸਾਰਿਆਂ ਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਅੰਦੇਸ਼ਾ ਸੀਗਾ। ਇਸ ਕਰਕੇ ਹਰ ਕੰਟਰੀ ਨੇ ਆਪਣੇ ਕੋਈ ਨਾ ਕੋਈ ਰਿਸੋਰਸਿਸ ਇਸ ਪਾਸੇ ਐਲੋਕੇਟ ਕੀਤੇ ਹੋਏ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵੀ 2015 ਤੱਕ ਇੱਕ ਡਾਕਟਰ ਚਾਈਨਾ ਦੇ ਵਿੱਚ ਸਟੇਸ਼ਨ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨੂੰ ਵਾਪਸ ਬੁਲਾ ਲਿਆ ਤੇ 2015 ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਅਹੁਦਾ ਹੈ ਖਾਲੀ ਪਿਆ ਜੀ। ਸੋ ਉੱਥੇ ਕੋਈ ਡਾਕਟਰ ਹੈ ਨਹੀਂ। ਸੋ ਜਿਹੜਾ ਤੁਹਾਡਾ ਔਨ ਦਾ ਗਰਾਊਂਡ ਇੱਕ ਬੰਦਾ ਕੰਟੈਕਟ ਪੁਆਇੰਟ ਬਣ ਸਕਦਾ ਸੀ ਚਾਈਨੀਜ਼ ਅਥਾਰਟੀਜ਼ ਦੇ ਨਾਲ, ਉਹ ਰਿਹਾ ਨਹੀਂ। ਜਦੋਂ ਤੁਹਾਡੇ ਕੋਲ ਮੌਕੇ ਤੇ ਮੌਜੂਦ ਕੋਈ ਬੰਦਾ ਹੈ ਨਹੀਂ, ਤੁਸੀਂ ਡਿਪੈਂਡ ਕਿਤੇ ਕਰਨਾ? WHO ਤੇ WHO ਇੱਕ ਅਜਿਹੀ ਬਾਡੀ ਹੈ ਜਿਹੜੀ ਹਦਾਇਤਾਂ ਤਾਂ ਜਾਰੀ ਕਰ ਸਕਦੀ ਹੈ, ਜਿਹੜੀ ਬੇਨਤੀਆਂ ਕਰ ਸਕਦੀ ਹੈ, ਪਰ ਇਹਨਾਂ ਕੋਲ ਡੰਡਾ ਨਹੀਂ ਹੈਗਾ। They don't have any stick. ਦੇਣਗੇ ਕੈਰਟਸ ਨੇ ਸਿਰਫ, no stick। ਤੇ ਉਹ ਹੁਣ ਚਾਈਨਾ ਦੇ ਬਹੁਤ ਜ਼ਿਆਦਾ ਦੇਖੋ ਨਖੇਦੀ ਹੋ ਰਹੀ WHO ਦੀ ਕਿ ਤੁਸੀਂ ਚਾਈਨਾ ਦੀ ਇੰਨੀ ਤੁਸੀਂ ਫਲੈਟਰਿੰਗ ਕੀਤੀ ਜੀ। ਦੈਟਸ ਅ ਵਰਡ ਦੈਟਸ ਬੀਇੰਗ ਯੂਜ਼ਡ ਕਿ ਤੁਸੀਂ ਉਹਨਾਂ ਦੀ ਕੀ ਹੁੰਦਾ ਉਹਨੂੰ ਖੁਸ਼ਾਮਦੀਦ ਕੀਤੀ, ਜ਼ਿਆਦਾ ਖੁਸ਼ਾਮਦੀਦ ਕਰਤੀ। ਤੇ ਪਰ ਹੁਣ ਜੇ WHO ਦੇ ਤੁਸੀਂ ਐਂਗਲ ਤੋਂ ਸੋਚੋ, ਹੋਰ ਉਹ ਕਰਨ ਕੀ? ਤੁਹਾਨੂੰ ਪਤਾ ਹੈ ਕਿ ਇਸ ਮੁਲਕ ਦੇ ਵਿੱਚ ਸਭ ਤੋਂ ਵੱਧ ਰਿਸਕ ਹੈ ਕਿ ਇੱਥੋਂ ਪੈਂਡੈਮਿਕ ਕੋਈ ਸ਼ੁਰੂ ਹੋ ਸਕਦਾ। ਤੁਸੀਂ ਉਸ ਮੁਲਕ ਨੂੰ ਉੱਥੇ ਤੁਹਾਨੂੰ ਆਪਣੇ ਆਪ ਨੂੰ ਇਨਵੈਸਟਡ ਰੱਖਣਾ ਪੈਣਾ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਆਪਣੀ ਬਣਾ ਕੇ ਰੱਖਣੀ ਪੈਣੀ। ਜਿੱਥੋਂ ਤੁਹਾਨੂੰ ਪਤਾ ਹੋਵੇ ਨਾ, ਤੁਹਾਨੂੰ ਸਹੀ ਜਾਣਕਾਰੀ ਨਹੀਂ ਮਿਲਣੀ, ਜਾਂ ਉੱਥੇ ਚਾਂਸਿਸ ਹੈਗੇ ਨੇ ਕਿ ਜੇ ਤੁਸੀਂ ਅੱਖਾਂ ਦਿਖਾਈਆਂ ਤਾਂ ਉਹਨੇ ਹੋਰ ਜ਼ਿਆਦਾ ਬਾਗੀ ਹੋ ਜਾਣਾ, ਉਧਰ ਤੁਹਾਨੂੰ ਜ਼ਿਆਦਾ ਪਲੋਸ ਕੇ ਰੱਖਣਾ ਪੈਂਦਾ। ਸੋ ਇਸ ਕਰਕੇ WHO ਵਾਸਤੇ ਚਾਈਨਾ ਦਾ ਇਹ ਚੈਲੰਜ ਸੀ। ਤੁਹਾਨੂੰ ਆਪਣੇ ਆਪ ਉੱਥੋਂ ਚੰਗੀ ਕੋਈ ਜਾਣਕਾਰੀ ਮਿਲਣੀ ਨਹੀਂ ਤੇ ਤੁਹਾਡੇ ਕੋਲ ਕੋਈ ਟੂਲ ਹੈ ਨਹੀਂ ਉਸ ਜਾਣਕਾਰੀ ਨੂੰ ਕਢਵਾਉਣ ਦਾ ਜੀ। ਤੇ ਇੱਕੋ ਹੀ ਟੂਲ ਹੈ ਕਿ ਉਹਨਾਂ ਨਾਲ ਰਿਲੇਸ਼ਨਸ਼ਿਪ ਆਪਣੀ ਚੰਗੀ ਬਣਾ ਕੇ ਰੱਖੋ ਜੀ। ਤੇ ਆਈ ਥਿੰਕ ਜਦੋਂ ਡਾਕਟਰ ਟੈਡਰੋਸ ਉੱਥੇ ਗਏ ਨੇ ਜਨਵਰੀ ਦੇ ਵਿੱਚ, ਉਹਨਾਂ ਦਾ ਮਕਸਦ ਇਹੀ ਸੀਗਾ ਜੀ ਕਿ ਸ਼ੀ ਜਿਨਪਿੰਗ ਦੇ ਨਾਲ ਪਹਿਲਾਂ ਤੋਂ ਹੀ ਇੱਕ ਰਾਬਤਾ ਕਾਇਮ ਕਰ ਲਿਆ ਜਾਵੇ ਕਿ ਬਈ ਵੀ ਆਰ ਇਨ ਦਿਸ ਟੁਗੇਦਰ, ਕਿ ਤੁਸੀਂ ਸਾਨੂੰ ਆਪਣਾ ਪੂਰਾ ਡੇਟਾ ਦਿਓ, ਅਸੀਂ ਤੁਹਾਨੂੰ ਆਪਣਾ ਪੂਰਾ ਸਹਿਯੋਗ ਦੇਵਾਂਗੇ, ਆਪਣਾ ਪੂਰਾ ਐਕਸਪਰਟੀਜ਼ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਹੋਇਆ ਕਿ ਉਹ ਗੱਲ ਪੁੱਠੀ ਬਹਿ ਗਈ ਉਹਨਾਂ ਤੇ ਉਹ ਹੋ ਗਿਆ ਕਿ ਵੀ ਤੁਸੀਂ ਚਾਈਨਾ ਦੀ ਬੋਲੀ ਬੋਲ ਰਹੇ ਹੋ। ਤੇ ਡੋਨਲਡ ਟਰੰਪ ਨੇ ਕਿਉਂਕਿ ਉਸ ਨੈਰੇਟਿਵ ਨੂੰ ਉਹ ਰੰਗ ਦੇਤਾ, ਉਹਨੇ ਉਧਰ ਨੂੰ ਮੋੜਤਾ ਤੇ ਉਹ WHO ਦੀ ਇੰਨੀ ਨਖੇਦੀ ਹੋਈ ਹੈ। ਤੇ ਹੁਣ ਕਿਉਂਕਿ ਹਾਈਂਡਸਾਈਟ ਦੇ ਨਾਲ ਅਸੀਂ ਦੇਖੋ, ਕੋਈ ਵੀ ਜਦੋਂ ਇੱਦਾਂ ਦਾ ਇਸ ਲੈਵਲ ਦਾ ਪੈਂਡੈਮਿਕ ਹੋਣਾ, ਇਟਸ ਬਾਉਂਡ ਕਿ ਉਹਦੇ ਵਿੱਚ ਜਦੋਂ ਤੁਸੀਂ ਹਾਈਂਡਸਾਈਟ ਦੇ ਨਾਲ ਦੇਖੋਗੇ, ਜਦੋਂ ਪਿੱਛੇ ਮੁੜ ਕੇ ਦੇਖੋਗੇ, ਤੁਹਾਨੂੰ ਲੱਗੇਗਾ ਕਿ ਅਸੀਂ ਇੱਥੇ ਥੋੜ੍ਹੇ ਪੈ ਗਏ, ਇੱਥੇ ਕਮੀ ਰਹਿ ਗਈ, ਇੱਥੇ ਅਸੀਂ ਇਹ ਕਰ ਸਕਦੇ ਸੀ ਨਹੀਂ ਕੀਤਾ। ਹੁਣ ਉਹ ਚੀਜ਼ਾਂ ਹੋ ਰਹੀਆਂ ਨੇ।